ਫਿਰ ਮੈਂ ਸਵਾਗਤ ਕਰਦੀ ਹਾਂ। ਮੈਂ ਡਿਪਟੀ ਕਮਿਸ਼ਨਰ ਰੋਪੜ ਤੁਹਾਡੇ ਵਾਸਤੇ ਜਿਹੜੀ ਕੋਰੋਨਾ ਦੀ ਅਪਡੇਟ ਜੋ ਲੇਟੈਸਟ ਹੈਗੀ, ਜਿਹੜੀ ਗਾਈਡਲਾਈਨਸ ਹੈਗੀ, ਇਹਨਾਂ ਦੇ ਵਾਸਤੇ ਅਸੀਂ ਹਰ ਬੁੱਧਵਾਰ ਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਨੇ। ਅੱਜ ਜਿਵੇਂ ਆਪ ਸਾਰਿਆਂ ਨੂੰ ਪਤਾ ਹੈਗਾ ਕਿ ਸਾਡੀ ਟੈਸਟਿੰਗ ਵਗੈਰਾ ਦੀ ਸਪੀਡ ਅਸੀਂ ਵਧਾ ਦਿੱਤੀ ਹੈਗੀ। ਕਾਫੀ ਜਗ੍ਹਾ ਤੇ ਅਸੀਂ ਟੈਸਟਿੰਗ ਕਰਾ ਰਹੇ ਨੇ। ਸੈਂਪਲਸ ਹੁਣ ਤੱਕ 35,729 ਸੈਂਪਲ ਹੁਣ ਤੱਕ ਲਿੱਤੇ ਗਏ ਨੇ। ਇਸ ਤੋਂ ਇਲਾਵਾ ਜਿਸ ਦੇ ਵਿੱਚੋਂ ਨੈਗੇਟਿਵ ਸੈਂਪਲ 34,613 ਸੀਗੇ। ਪੈਂਡਿੰਗ ਸੈਂਪਲ ਦੀ ਗਿਣਤੀ 360 ਸੀਗੇ। ਪੋਜ਼ਿਟਿਵ ਜਿਹੜੇ ਹੁਣ ਤੱਕ ਆਏ ਨੇ ਉਹ 26 ਕੇਸ ਅੱਜ ਆਏ ਨੇ। ਜਿਹੜੇ ਅੱਜ ਰੋਪੜ ਦੇ ਵਿੱਚ 26 ਕੇਸਿਸ ਪੋਜ਼ਿਟਿਵ ਪਾਏ ਗਏ ਨੇ। ਸਾਰੇ ਕੇਸਿਸ ਦੇ ਵਿੱਚ ਐਕਟਿਵ ਪੋਜ਼ਿਟਿਵ ਕੇਸਿਸ ਦੀ ਗਿਣਤੀ 259 ਹੈਗੀ, 259। डिस्चार्ज हुए आएंगे आज और 24 केस ने, ਜਿਹੜੇ 24 कोरोना सर्वाइवर्स ने जो आज अपने घरां ਨੂੰ ਪਰਤੇ ਨੇ ਵਾਪਸ। ਟੋਟਲ ਪੋਜ਼ਿਟਿਵ ਜਿਹੜੀ ਸੰਖਿਆ ਹੈਗੀ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜੋ ਕੋਰੋਨਾ ਦੀ ਹੋ ਚੁੱਕੀ ਹੈਗੀ, ਜੇਕਰ ਅਸੀਂ ਕੋਰੋਨਾ ਮਹਾਮਾਰੀ ਦੀ ਪੂਰੇ ਟਾਈਮਲਾਈਨ ਦੀ ਗੱਲ ਕਰੀਏ, ਉਹ 971 ਹੋ ਚੁੱਕੀ ਹੈਗੀ, ਜਿਸ ਦੇ ਵਿੱਚ 692 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ ਤੇ ਉਹਨਾਂ ਉਸ ਨੂੰ ਜਿੱਤ ਕੇ ਵਾਪਸ ਘਰ ਲੌਟੇ ਨੇ। ਟੋਟਲ ਡੈਥਸ ਜਿਹੜੇ ਨੇ ਡਿਸਟ੍ਰਿਕਟ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜ਼ਿਆਦਾ ਫੈਟੈਲਿਟੀਜ਼ ਰਹੀ ਹੈਗੀ, ਕਾਫੀ ਕਾਰਨਾਂ ਤੋਂ ਰਹੀ ਹੈਗੀ, ਕਾਫੀ ਜ਼ਿਆਦਾ ਸਪਾਈਕ ਵੀ ਆਇਆ ਹੈਗਾ। ਹੁਣ ਤੱਕ 20 ਫੈਟੈਲਿਟੀਜ਼ ਜਿਹੜੀ ਹੈਗੀ ਰੋਪੜ ਜ਼ਿਲ੍ਹੇ ਦੇ ਵਿੱਚ ਕੋਰੋਨਾ ਤੋਂ ਸੰਬੰਧਿਤ ਹੋ ਚੁੱਕੀ ਹੈਗੀ। ਅੱਜ ਜਿਹੜੀ ਡੈਥ ਹੋਈ ਹੈਗੀ ਉਹ 65 ਈਅਰ ਦੇ ਮੇਲ ਹੈਗੇ ਬਹਿਰਾਮਪੁਰ ਤੋਂ, ਅਨਪੁਰ ਸਾਹਿਬ ਤੋਂ, ਜਿਹੜੇ ਪੀਜੀਆਈ ਦੇ ਵਿੱਚ ਐਡਮਿਟ ਸੀਗੇ। ਇਹਨਾਂ ਨੂੰ ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ, ਜਿਵੇਂ ਚੈਸਟ ਦੇ ਇਨਫੈਕਸ਼ਨ ਜੋ ਕਹਿੰਦੇ ਨੇ, ਉਹ ਉਸ ਦੇ ਨਾਲ ਕਿਡਨੀ ਫੇਲਿਅਰ ਕਾਰਨ ਅੱਜ ਇਹਨਾਂ ਦੀ ਮੌਤ ਹੋ ਗਈ ਤੇ ਸਾਡੇ ਵਿਚਕਾਰ ਨਹੀਂ ਰਹੇ, ਜੋ ਸਾਨੂੰ ਬਹੁਤ ਅਫਸੋਸ ਹੈ। ਇਹਨਾਂ ਦੇ ਪਰਿਵਾਰ ਦੇ ਵਾਸਤੇ, ਇਹਨਾਂ ਦੇ ਰਿਲੇਟਿਵਸ ਵਾਸਤੇ ਅਸੀਂ ਅਫਸੋਸ ਜ਼ਾਹਿਰ ਕਰਦੇ ਨੇ। ਤੇ ਇੱਕ ਹੋਰ ਵੀ ਚੀਜ਼, ਇਹ ਚੀਜ਼ ਸਾਨੂੰ ਹੋਰ ਲਾਜ਼ਮੀ ਕਰ ਦਿੰਦੀ ਹੈਗੀ ਕਿ ਵੱਧ ਤੋਂ ਵੱਧ ਤੁਸੀਂ ਆਪਣਾ ਟੈਸਟ ਕਰਾਓ, ਤਾਂ ਕਿ ਅਸੀਂ ਇਨ ਸਾਰੇ ਜਿਹੜੇ ਫੈਟੈਲਿਟੀ ਹੋ ਰਹੀ ਹੈਗੀ, ਇਹ ਜ਼ਿਆਦਾਤਰ ਕਾਰਨ ਪਾਏ ਗਏ ਨੇ ਕਿ ਜਿਹੜੇ ਕੋਮੋਰਬਿਡ ਪੇਸ਼ੈਂਟਸ ਨੇ ਜੋ ਕਿਸੇ ਕਾਰਨਾਂ ਤੋਂ ਆਪਣਾ ਟੈਸਟ ਨਹੀਂ ਕਰਾ ਰਹੇ, ਉਹ ਬਹੁਤ ਨੇੜੇ ਜਾ ਕੇ ਜਿਨ੍ਹਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ, ਟ੍ਰੀਟਮੈਂਟ ਦੇ ਬਿਲਕੁਲ ਕ੍ਰਿਟੀਕਲ ਸਟੇਜ ਤੇ ਪਹੁੰਚ ਜਾਂਦੇ ਨੇ, ਉਸ ਵੇਲੇ ਟੈਸਟ ਉਹਨਾਂ ਦਾ ਜਦ ਕਰਾਇਆ ਜਾਂਦਾ ਹੈਗਾ ਤਾਂ ਪੋਜ਼ਿਟਿਵ ਨਿਕਲਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਕੋਰੋਨਾ ਦੇ ਜੇ ਇਲਾਜ ਦੇ ਵਿੱਚ ਜਿਹੜੀ ਇਹਤਿਆਤ ਵਰਤਣੀ ਹੈਗੀ, ਜਿਹੜੇ ਟ੍ਰੀਟਮੈਂਟ ਦੀ ਲਾਈਨ ਹੁੰਦੀ ਹੈਗੀ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਛੋਟੇ ਸੇ ਛੋਟੀ ਤੁਹਾਨੂੰ ਅਗਰ ਲੱਗਦਾ ਹੈਗਾ ਕਿ ਜੇਕਰ ਤੁਸੀਂ ਕਿਸੇ ਕੋਰੋਨਾ ਪੇਸ਼ੈਂਟ ਦੇ ਨਜ਼ਦੀਕ ਰਹੇ ਹੋ, ਕੋਈ ਪੋਜ਼ਿਟਿਵ ਪੇਸ਼ੈਂਟ ਦੇ, ਜੇਕਰ ਕੋਈ ਤੁਹਾਡੇ ਨਜ਼ਦੀਕੀ ਦੇ ਵਿੱਚ ਕੋਈ ਕੋਰੋਨਾ ਪੋਜ਼ਿਟਿਵ ਹਾਲ ਦੀ ਘੜੀ ਦੇ ਵਿੱਚ ਆਇਆ ਹੈ, ਜਾਂ ਤੁਹਾਨੂੰ ਬਿਨਾਂ ਕਿਸੇ लक्षण तो भी जेकर कोई दिक्कत हो रही है, जरूरी नहीं कि सिर्फ आपको तीनों लक्षण होण तो ही कोरोना ਦਾ ਸਾਬਿਤ ਹੋ ਸਕਦਾ ਹੈਗਾ। ਕਈਆਂ ਵਿਅਕਤੀਆਂ ਨੂੰ ਬੁਖਾਰ ਹੁੰਦਾ ਹੈ, ਕਈਆਂ ਨੂੰ ਸਿਰਫ ਜ਼ੁਕਾਮ ਹੈ, ਕਈਆਂ ਨੂੰ ਸਿਰਫ ਖਾਂਸੀ ਦੀ ਬਿਮਾਰੀ ਹੈ, ਸ਼ਿਕਾਇਤ ਰਹੀ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਟੈਸਟ, ਜੇਕਰ ਤੁਹਾਨੂੰ 1% ਵੀ ਲੱਗਦਾ ਹੈਗਾ ਚਾਂਸ ਕਿ ਤੁਹਾਨੂੰ ਆਪਣਾ ਟੈਸਟ ਕਰਾਉਣਾ ਚਾਹੀਦਾ ਹੈਗਾ, ਕਾਈਂਡਲੀ ਪਲੀਜ਼ ਕਰਾਉਣ, ਕਿਉਂਕਿ ਇਹ आपके लिए, ਤੁਹਾਡੇ ਪਰਿਵਾਰ ਦੀ ਸੇਫਟੀ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਦੇ ਜੇਕਰ ਕੇਸਿਸ ਦੀ ਗੱਲ ਕਰਨ ਤਾਂ ਅਨਪੁਰ ਸਾਹਿਬ ਦੇ ਵਿੱਚ 36 ਸਾਲ ਦੇ ਮੇਲ, 50 ਸਾਲ ਦੇ ਮੇਲ ਤੇ 32 ਸਾਲ ਦੇ ਮੇਲ ਮਨੂਪੁਲੀ ਪਿੰਡ ਤੋਂ ਪੋਜ਼ਿਟਿਵ ਪਾਏ ਗਏ ਨੇ। ਚਮਕੌਰ ਸਾਹਿਬ ਦੇ ਵਿੱਚ 43 ਸਾਲ ਦੀ ਫੀਮੇਲ, ਸਿਲ ਪਿੰਡ ਤੋਂ 48 ਸਾਲ ਦੀ ਫੀਮੇਲ, ਰਤਨਗੜ੍ਹ ਤੋਂ 65 ਸਾਲ ਦੇ ਮੇਲ, ਹਫੀਜ਼ਾਬਾਦ ਤੋਂ ਤੇ 42 ਸਾਲ ਦੀ ਫੀਮੇਲ ਕੈਨੌਰ ਪਿੰਡ ਤੋਂ ਪੋਜ਼ਿਟਿਵ ਪਾਈ ਗਈ ਹੈਗੀ। ਰੋਪੜ ਸਿਟੀ ਦੀ ਜੇਕਰ ਗੱਲ ਕਰੀਏ, ਰੋਪੜ ਬਲਾਕ ਦੀ ਗੱਲ ਕਰੀਏ ਤਾਂ 46 ਸਾਲ ਦੀ ਫੀਮੇਲ ਪਿੰਡ ਰਾਮਗੜ੍ਹ ਤੋਂ, 65 ਸਾਲ ਦੇ ਮੇਲ ਵਿਲੇਜ ਬਹਿਰਾਮਪੁਰ ਜ਼ਮੀਂਦਾਰਾ ਤੋਂ, 49 ਸਾਲ ਦੇ ਮੇਲ ਚੂਰ ਹਟਿਆ ਰੋਪੜ ਸਿਟੀ ਤੋਂ, ਤੇ ਪੱਕਾ ਬਾਗ ਤੋਂ ਸਾਨੂੰ ਹੁਣ ਦੁਬਾਰਾ 3 ਕੇਸਿਸ ਅੱਜ ਮਿਲੇ ਨੇ। ਅਸੀਂ ਇਸ ਚੀਜ਼ ਨੂੰ, ਸਥਿਤੀ ਨੂੰ ਬਣਾ ਕੇ ਰੱਖ ਰਹੇ ਨੇ ਕਿ ਅਗਰ ਹੋਰ ਕੇਸਿਸ ਉੱਥੋਂ ਨਿਕਲਦੇ ਨੇ ਤੇ ਪਿੱਛੋਂ ਹੀ ਅਸੀਂ ਇਸ ਨੂੰ ਮਾਈਕਰੋ ਕੰਟੇਨਮੈਂਟ ਡੀਸੀਲ ਕੀਤਾ ਸੀਗਾ, ਤੇ ਸਾਨੂੰ ਬਹੁਤ ਜ਼ਿਆਦਾ ਇਹ ਉਮੀਦਾਂ ਸੀਗੀ ਕਿ ਹੁਣ ਅਸੀਂ ਸਾਰੇ ਕੇਸਿਸ ਨੂੰ ਚੰਗੇ ਤਰੀਕੇ ਨਾਲ ਗੋਖ ਲਿਆ ਹੈਗਾ, ਚੰਗੇ ਤਰੀਕੇ ਨਾਲ ਸੈਂਪਲਿੰਗ ਕਰਾ ਲਈ ਹੈਗੀ। ਲੇਕਿਨ ਜੇਕਰ ਕੋਈ ਕਿਤੇ ਹੋਰ ਕੇਸਿਸ ਵੱਧਦੇ ਨੇ
ਤੇ ਇਹ ਅਸੀਂ ਸਥਿਤੀ ਦੇ ਵਿੱਚ ਨਜ਼ਰ ਰੱਖੇ ਹੋਏ ਨੇ। ਇਸ ਦੇ ਵਿੱਚ 28 ਸਾਲ ਦੀ ਮੇਲ, 28 ਸਾਲ ਦੀ ਫੀਮੇਲ ਔਰ 65 ਸਾਲ ਦੀ ਫੀਮੇਲ ਅੱਜ ਪੱਕਾ ਬਾਪ ਤੋਂ ਪੋਜ਼ਿਟਿਵ ਪਾਏ ਗਏ ਨੇ। ਨੰਗਲ ਦੇ ਵਿੱਚ 50 ਸਾਲ ਦੀ ਮੇਲ, ਵਿਲੇਜ ਦੁੱਖ ਤੋਂ 59 ਸਾਲ ਦੀ ਫੀਮੇਲ, ਸ਼ਿਵਾਲਿਕ ਐਵੇਨਿਊ। 43 ਸਾਲ ਦੇ ਮੇਲ ਜਿਹੜੇ SBS ਨਗਰ ਤੋਂ ਬਿਲੋਂਗ ਕਰਦੇ ਨੇ, ਉਹਨਾਂ ਡਿਸਟ੍ਰਿਕਟ ਦੇ ਵਿੱਚ ਕਾਊਂਟ ਕੀਤੇ ਜਾਣੇ ਹੈਗੇ। 18 ਸਾਲ ਦੇ ਮੇਲ ਸ਼ਿਵਾਲਿਕ ਐਵੇਨਿਊ ਤੋਂ, 40 ਸਾਲ ਦੇ ਮੇਲ ਸ਼ਿਵਾਲਿਕ ਐਵੇਨਿਊ ਤੋਂ। 58 ਸਾਲ ਦੀ ਫੀਮੇਲ ਕਲਿਆਣਪੁਰ ਕਿਰਤਪੁਰ ਸਾਹਿਬ ਤੋਂ। 18 ਸਾਲ ਦੇ ਮੇਲ ਤੇ 50 ਸਾਲ ਦੀ ਫੀਮੇਲ ਨया नंगल ਤੋਂ। और 59 साल ਦੇ ਮੇਲ नया नंगल ਸੈਕਟਰ 2 ਤੋਂ। 49 ਸਾਲ ਦੇ ਮੇਲ ਜਿੰਜਰੀ ਜਿਹੜੀ ਪਿੰਡ ਹੈਗਾ ਉੱਥੋਂ, ਤੇ 52 ਸਾਲ ਦੇ ਮੇਲ ਜਿਹੜਾ ਪਿੰਡ ਹੈ ਰਾਮਪੁਰ ਸਾਨੀ ਤੋਂ ਪੋਜ਼ਿਟਿਵ ਪਾਏ ਗਏ ਨੇ। ਇਸ ਤੋਂ ਇਲਾਵਾ ਮੋਰਿੰਡਾ ਦੇ ਵਿੱਚ 55 ਸਾਲ ਦੇ ਮੇਲ ਤੇ 49 ਸਾਲ ਦੇ ਮੇਲ ਜਿਹੜੇ ਹੈਗੇ ਪੋਜ਼ਿਟਿਵ ਪਾਏ ਗਏ ਨੇ। ਰੋਪੜ ਦੇ ਵਿੱਚ ਹਰਗੋਬਿੰਦ ਨਗਰ ਦੇ ਵਿੱਚ 35 ਸਾਲ ਦੇ ਮੇਲ, ਪ੍ਰੀਤ ਕਾਲੋਨੀ ਤੋਂ 29 ਸਾਲ ਦੇ ਮੇਲ ਤੇ ਸਿਟੀ ਰੋਪੜ ਤੋਂ 37 ਸਾਲ ਦੇ ਮੇਲ ਇੱਕ ਪੋਜ਼ਿਟਿਵ ਪਾਏ ਗਏ ਨੇ। ਜੇਕਰ ਗੱਲ ਕरें ਕਿ ਕਿੰਨੇ ਪੇਸ਼ੈਂਟਸ ਕਿੱਥੇ ਦਾਖਲ ਨੇ, ਤੇ ਹੋਮ ਆਈਸੋਲੇਸ਼ਨ ਦੇ ਵਿੱਚ ਜ਼ਿਆਦਾ ਪੇਸ਼ੈਂਟਸ ਦੀ ਸਾਡੇ ਕੋਲ ਗਿਣਤੀ ਹੁਣ ਵਧ ਰਹੀ ਹੈਗੀ, ਜੋ ਇੱਕ ਪੋਜ਼ਿਟਿਵ ਸਾਈਨ ਵੀ ਹੈ, ਕਿਉਂਕਿ ਹੋਮ ਆਈਸੋਲੇਸ਼ਨ ਦੇ ਵਿੱਚ ਅਸੀਂ ਉਨ ਪੇਸ਼ੈਂਟਸ ਨੂੰ ਹੀ ਰੱਖਦੇ ਨੇ ਜਿਹੜੇ ਪੇਸ਼ੈਂਟਸ ਮਾਈਲਡ ਸਿੰਪਟੋਮੈਟਿਕ ਹੁੰਦੇ ਨੇ ਜਾਂ ਏਸਿੰਪਟੋਮੈਟਿਕ ਹੁੰਦੇ ਨੇ। ਤੇ ਵੱਧ ਤੋਂ ਵੱਧ ਜੇਕਰ ਗੱਲ ਕਰੀਏ ਤਾਂ 259 ਕੇਸਿਸ ਦੇ ਵਿੱਚ ਜਿਹੜੇ ਸਾਡੇ ਕੋਲ ਹੁਣ ਪੋਜ਼ਿਟਿਵ ਨੇ, ਉਸ ਦੇ ਵਿੱਚੋਂ 162 ਕੇਸਿਸ ਹੋਮ ਆਈਸੋਲੇਸ਼ਨ ਦੇ ਵਿੱਚ ਨੇ, ਤੇ ਇਹਨਾਂ ਦੇ ਘਰ ਦੇ ਵਿੱਚ ਹੀ ਇਹਨਾਂ ਦੀ ਪੂਰੀ ਮੋਨੀਟਰਿੰਗ, ਇਹਨਾਂ ਦਾ ਪੂਰੀ ਜਿਹੜੀ ਹੈਲਥ ਦੀ ਸਟੈਟਿਕਸ ਹੈ ਉਸ ਦੀ ਪੂਰੀ ਜਾਣਕਾਰੀ ਰੱਖੀ ਜਾ ਰਹੀ ਹੈ। ਕੋਵਿਡ ਕੇਅਰ ਸੈਂਟਰ ਗਿਆਨ ਸਾਗਰ ਦੇ ਵਿੱਚੋਂ 4, ਕੋਵਿਡ ਕੇਅਰ ਸੈਂਟਰ ਅਨੰਦਪੁਰ ਸਾਹਿਬ ਦੇ ਵਿੱਚ 24, ਡਿਸਟ੍ਰਿਕਟ ਹਸਪੀਟਲ DH ਰੋਪੜ ਦੇ ਵਿੱਚ 16, PGI ਦੇ ਵਿੱਚ 7 ਕੇਸਿਸ, ਕਮਾਂਡ ਹਸਪੀਟਲ ਚੰਡੀ ਮੰਦਿਰ ਦੇ ਵਿੱਚ 3 ਕੇਸਿਸ, IB ਹਸਪੀਟਲ ਮੋਹਾਲੀ ਦੇ ਵਿੱਚ 2 ਕੇਸਿਸ, GMC ਸੈਕਟਰ 32 ਚੰਡੀਗੜ੍ਹ ਦੇ ਵਿੱਚ 1 ਕੇਸ, GMC ਪਟਿਆਲਾ ਗਵਰਨਮੈਂਟ ਮੈਡੀਕਲ ਕਾਲਜ ਰਾਜਿੰਦਰ ਕਾਲਜ ਦੇ ਵਿੱਚ 2 ਕੇਸਿਸ ਹੈਗੇ, ਮੈਕਸ ਹਸਪੀਟਲ ਦੇ ਵਿੱਚ एक केस हैगा, सूरी हॉस्पिटल SBS नगर ਦੇ ਵਿੱਚ ਇੱਕ ਕੇਸ ਟ੍ਰੀਟਮੈਂਟ ਲੈ ਰਹੇ ਨੇ, ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ ਇੱਕ ਕੇਸ ਹੈਗੇ, SDH ਨੰਗਲ ਦੇ ਵਿੱਚ 4 ਕੇਸਿਸ ਨੇ, ਗ੍ਰੇਸ਼ੀਅਨ ਹਸਪੀਟਲ ਮੋਹਾਲੀ ਦੇ ਵਿੱਚ 3 ਕੇਸਿਸ, ਪਰਵਾਰ ਹਸਪੀਟਲ ਦੇ ਵਿੱਚ 3 ਕੇਸਿਸ, DMC ਲੁਧਿਆਣਾ ਦੇ ਵਿੱਚ ਇੱਕ ਕੇਸ ਦਾਖਲ ਹੈ, ਸੁਹਾਨਾ ਹਸਪੀਟਲ ਦੇ ਵਿੱਚ ਇੱਕ ਕੇਸ ਕੱਲ ਰਾਤੀ ਅਸੀਂ ਸ਼ਿਫਟ ਕੀਤਾ ਹੈਗਾ, ਤੇ ਟੋਟਲ ਕੇਸਿਸ ਜਿਨ੍ਹਾਂ ਦੀ ਅਨਟ੍ਰੇਸੇਬਲ ਹੁਣ ਤੱਕ ਰਿਪੋਰਟ ਰਹੀ ਹੈ, ਉਹਨਾਂ ਦੇ ਗਲਤ ਨਾਮ ਕਾਰਨ, ਉਹਨਾਂ ਦੇ ਗਲਤ ਨੰਬਰਸ ਕਾਰਨ ਅਸੀਂ ਉਹਨਾਂ ਨੂੰ ਲੋਕੇਟ ਨਹੀਂ ਕਰ ਪਾਏ। ਉਹ ਇਦਾਂ ਦੇ 9 ਕੇਸਿਸ ਨੇ ਡਿਸਟ੍ਰਿਕਟ ਦੇ ਵਿੱਚ। ਤੇ ਇਸ ਤੋਂ ਇਲਾਵਾ ਐਲੋਕੇਸ਼ਨ ਜੋ ਅੱਜ ਦੀ ਹੁਣ ਸ਼ਾਮ ਤੱਕ ਅਵੇਟਡ ਹੈ, ਜਿਹੜੇ ਹੁਣ ਅੱਜ ਕੇਸਿਸ ਆਏ ਨੇ ਉਹਨਾਂ ਦੇ ਵਿੱਚੋਂ 4, ਟੋਟਲ 259 ਕੇਸਿਸ ਦੇ ਵਿੱਚੋਂ L1 ਦੇ ਵਿੱਚ ਜਿਹੜੇ ਮਾਈਲਡ ਸਿੰਪਟੋਮੈਟਿਕ ਕੇਸਿਸ ਨੇ ਲੇਕਿਨ ਹਾਈ ਰਿਸਕ ਕੈਟਾਗਰੀ ਦੇ ਵਿੱਚ ਨੇ, ਉਹ ਹੁਣ 32 ਕੇਸਿਸ ਨੇ, ਤੇ L2 ਦੇ ਵਿੱਚ ਜਿਹੜੇ ਥੋੜੇ ਆਕਸੀਜਨ ਸਪੋਰਟ ਵਗੈਰਾ ਦੀ ਕਿਸ ਨੂੰ ਲੋਡ ਪੈ ਜਾਂਦੀ ਹੈਗੀ, ਤਾਂ L2 ਦੇ ਵਿੱਚ 42 ਕੇਸਿਸ ਨੇ, ਤੇ L3 ਦੇ ਵਿੱਚ 10 ਕੇਸਿਸ ਨੇ। L3 ਸਾਡੇ ਸਭ ਤੋਂ ਜ਼ਿਆਦਾ ਕ੍ਰਿਟੀਕਲ ਕੇਸਿਸ ਨੇ, ਜਿਹੜੇ ਜਿਨ੍ਹਾਂ ਨੂੰ ਕਿਤੇ ਵੈਂਟੀਲੇਟਰ ਜਾਂ ਕਿਤੇ ਹੋਰ ਕ੍ਰਿਟੀਕਲ ਕੇਅਰ ਦੀ ਲੋੜ ਪੈਂਦੀ ਹੈਗੀ, ਅਸੀਂ ਉਹਨਾਂ ਨੂੰ L3 ਦੇ ਵਿੱਚ ਗਿਣਦੇ ਨੇ। ਤੁਹਾਡੇ ਧਿਆਨ ਦੇਣ ਦੀ ਵਾਲੀ ਗੱਲ ਹੈਗੀ ਕਿ ਹੁਣ ਜਿਵੇਂ ਕਾਫੀ ਲੋਕ ਮੈਨੂੰ ਪੁੱਛਦੇ ਨੇ ਕਿ ਜੀ ਅਸੀਂ ਟੈਸਟ ਕਾਹਦੇ ਲਈ ਕਰਾਈਏ, ਕਿਉਂਕਿ ਫਿਰ ਉੱਥੋਂ ਗਿਆਨ ਸਾਗਰ ਜਾਂ ਕਿਤੇ ਭੇਜ ਦੇਣਾ ਹੈਗਾ। ਮੈਂ ਤੁਹਾਨੂੰ ਵਿਸ਼ਵਾਸ ਦਿਲਾਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਨੂੰ ਸਿੰਪਟਮਸ ਇਦਾਂ ਦੇ ਨਹੀਂ ਹੈਗੇ, ਮਾਈਲਡ ਹੈਗੇ, ਏਸਿੰਪਟੋਮੈਟਿਕ ਨੇ, ਜੇਕਰ ਤੁਹਾਡੇ ਘਰ ਦੇ ਵਿੱਚ ਹੀ ਜੋ ਹੋਮ ਆਈਸੋਲੇਸ਼ਨ ਹੈ ਉਹ ਪੂਰਾ ਮੁਕੰਮਲ ਤੌਰ ਤੇ ਤੁਸੀਂ ਰੱਖ ਸਕਦੇ ਹੋ, ਤੇ ਇਹ ਸਾਡੀ ਵੀ ਕੋਸ਼ਿਸ਼ ਇਹ ਰਹਿੰਦੀ ਹੈਗੀ ਕਿ ਅਸੀਂ ਤੁਹਾਨੂੰ ਹੋਮ ਆਈਸੋਲੇਸ਼ਨ ਦੇ ਵਿੱਚ ਹੀ ਰੱਖੀਏ। ਇਸ ਕਰਕੇ ਕਈ ਲੋਕੀ ਸ਼ਾਇਦ ਇਸ ਡਰ के कारण भी टेस्ट कराने नहीं आ रहे कि ਅਸੀਂ ਸਰਕਾਰ ਸਾਨੂੰ ਕਿੱਥੇ ਲੈ ਜਾਏਗੀ। लेकिन मैं डिप्टी कमिश्नर रोपड़ आपको ये विश्वास दिलाना चाहती ਹਾਂ कि पूरे चंगे तरीके ਨਾਲ ਸਾਡੀ ਕੋਲ ਇੱਕ ਟੀਮ ਪੂਰੀ ਬਣੀ ਹੋਈ ਹੈਗੀ, ਜੋ ਤੁਹਾਨੂੰ ਜੇਕਰ ਤੁਸੀਂ ਪੋਜ਼ਿਟਿਵ ਆਉਂਦੇ ਹੋ ਤੁਹਾਨੂੰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਤੁਹਾਡਾ ਹਾਲ ਚਾਲ ਲੈਂਦੀ ਹੈ,
ਤੁਹਾਡੇ ਵਾਈਟਲ ਸਟੈਟਿਕਸ ਜਿਸ ਦੇ ਵਿੱਚ ਤੁਹਾਡਾ ਟੈਂਪਰੇਚਰ, ਤੁਹਾਡੇ ਆਕਸੀਜਨ ਲੈਵਲ, ਤੁਹਾਡੀ ਪਲਸ ਰੇਟ ਤੇ ਹੋਰ ਕੋਈ ਅਗਰ ਤੁਹਾਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਹੈਗੀ ਉਸ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈਗਾ। ਤੇ ਤੁਸੀਂ ਇਸ ਦੇ ਬਾਰੇ ਬਿਲਕੁਲ ਨਿਸ਼ਚਿੰਤ ਰਹੋ ਕਿ ਅਗਰ ਤੁਹਾਨੂੰ ਟੈਸਟ ਕਰਾਉਣਾ ਹੈ, ਬੇਸ਼ੱਕ ਆਬਵੀਅਸਲੀ ਅਸੀਂ ਆਸ ਕਰਦੇ ਨੇ ਕਿ ਤੁਸੀਂ ਨੈਗੇਟਿਵ ਹੀ ਆਓ, ਲੇਕਿਨ ਜੇਕਰ ਤੁਸੀਂ ਪੋਜ਼ਿਟਿਵ ਵੀ ਆਉਂਦੇ ਹੋ तो असी है पूरी टीम लगी हुई है आपके स्वास्थ्य दे वास्ते तुहाडे ख्याल रखने दे वास्ते। जेकर माइक्रो कंटेनमेंट जोन्स की गल करिए तो पूरे डिस्ट्रिक्ट दे विच हुण तक 4 माइक्रो कंटेनमेंट जोन्स जिहड़े ने अभी जिहड़े एक्टिव ने, जिस दे विच ज्ञानी जैल सिंह नगर दे विच एक जोन बनाया गया हैगा ते पिंड भटोली दे विच किरतपुर साहब दे विच एक जोन है माइक्रो कंटेनमेंट जोन, रंजीतपुर दे विच एक माइक्रो कंटेनमेंट जोन है, पिंड अमराली जिहड़ा हैगा उस दे विच भी एक माइक्रो कंटेनमेंट जोन बनाया गया हैगा। ते कंटेनमेंट जोन जिहड़ा है वो भरतगढ़ दे विच ते शिवालिक एवेन्यू नंगल दे विच बनाया गया हैगा, क्योंकि उत्थे पिछे कुछ दिनों पहला तकरीबन 21 केसेस नवे एक साथ आए सीगे ते ये बहुत ज़्यादा वड्डी मात्रा दे विच आए सीगे, ते इस करके जरूरी है कि असी माइक्रो कंटेनमेंट का दायरा बढ़ा के कंटेनमेंट जोन करिए ताकि उत्थे ज़्यादा से ज़्यादा लोगों की सैंपलिंग असी करा सकिए। 100% सैंपलिंग का साडे कोल मैंडेटरी टीचा है जो सानू रखवाना हैगा। इस करके तुहानू भी असी अपील करते हैं कि जेकर तुसी इस कंटेनमेंट जोन दे विच रह रहे हो, किथे भी तुसी मैनू सुन रहे हो, तो प्लीज़ काइंडली तुहाडे परिवार दे वास्ते तुहाडे वास्ते ये बहुत जरूरी है कि तुसी साडी टीम नू सहयोग करो, तुसी अपना सैंपल दिओ। ते कुछ इंस्ट्रक्शंस पंजाब सरकार वालों पिछे जारी हुई सीगियां जो करफ्यू नू लेके सीगे ते अनलॉक 4 दी गाइडलाइंस नू लेके भी सीगी। इस दे विच मैं आपनू कुछ जानकारी देना चाहती हां कि जिवें पहला भी तुहानू पता हैगा कि वीकेंड करफ्यू जिहड़ा सैटरडे और संडे दा हैगा ये शहरी खेतर दे विच जो 6 टाउन हैंगे रोपड़ दे, जिस दे विच रोपड़, मुरिंडा, चमकौर साहब, किरतपुर साहब, अनपुर साहब ते नंगल शामिल ने। इस दे विच लागू रहेगा ते नाइट करफ्यू जिहड़ा हैगा ये शाम 7 बजे से लेके सवेरे 5 बजे तक भी लागू रहेगा इन शहरां दे खेतर दे विच। इस तो इलावा जिहड़े बाकी पेंडू खेतर दे विच है उत्थे जिहड़ी पहलियां दी वांग चल रहा सीगा जो 8:30 बजे तक का टाइम सीगा वो उस तरीके नाल ही सारे शॉप्स दा टाइम लागू रहूगा। जेकर मैं होर तुहानू एक्सप्लेन करना जेकर गल करिए होर डिटेलिंग दी तो शॉप्स और मॉल्स जिहड़े ने वो मंडे टू फ्राइडे इन शहरी खेतरां दे विच 6:30 बजे तक खुल सकदे ने, सैटरडे संडे बंद रहणगे। जेकर कोई एसेंशियल कमोडिटी दे शॉप्स हैंगे उन्हां नू पूरे 7 दिन खुलण दी इजाजत हैगी, लेकिन 6:30 बजे तक ही वो खुल सकदे ने। इस तो इलावा जिहड़े धार्मिक संस्थान ने, धार्मिक स्थान ने, उन्होंने भी सिर्फ 6:30 बजे तक ही प्रवानगी हैगी पब्लिक वास्ते। स्पोर्ट्स कॉम्प्लेक्स स्टेडियम्स के वास्ते भी 6:30 बजे तक का ही टाइम लिमिट रखी गई हैगी। रेस्टोरेंट्स जिहड़े मॉल दे विच ने जां स्टैंड अलोन रेस्टोरेंट्स है वो भी सिर्फ 6:30 बजे तक ही ऑपरेट कर सकते हैं। होटल्स खुले रहणगे, लिकर वेंड्स भी 6:30 बजे तक ऑपरेट कर सकते हैं। जिहड़ी गैदरिंग दे उपर पूरी स्टेट दे विच ही पूरा बैन हैगी, जिस दे विच सारे ही धरना प्रदर्शन वगैरह ते असी बार-बार लोगों नू समझा रहे हैं कि काइंडली प्लीज़ तुसी घरां दे विच ही रहो, सेफ रहो। लोगों नू असी कोशिश करते हैं, अपील करते हैं ते तुहानू आज मैं फिर वापस अपील कर रही हां। मैरिज फंक्शनां वास्ते असी 30 बंदियां वास्ते लिमिट हैगी जिहड़ी सेट की गई हैगी सरकार वालों, ते संस्कार वास्ते 20 व्यक्तियां नू ही शामिल होने की प्रवानगी दी जा सकती है। जेकर तुसी 4 व्हीलर दे विच कम्यूट करते हो तो सिर्फ उत्थे 3 व्यक्ति इंक्लूडिंग ड्राइवर नू ही प्रवानगी होएगी कि वो कम्यूट कर सकते हैं। सारी बसेस और ट्रांसपोर्ट व्हीकल नू भी 50% कैपेसिटी ते ही चलन वास्ते परमिट किया गया हैगा। ते इस दे वास्ते एक होर चीज़ जिहड़ी बहुत इंपॉर्टेंट है कि जिहड़े एसेंशियल आइटम्स से रिलेटेड एक्टिविटीज़ हैंगी उन्होंने छूट है नाइट कर्फ्यू तो। जिहड़े स्टूडेंट्स ने जिन्होंने आगे इन्हां दा कोई एग्जाम वगैरह देना हैगा, इन्हां दे सेंटर दे विच जाना है, उन्होंने भी इस कर्फ्यू तो छूट है जेकर उन्हां दे कोल एडमिट कार्ड या प्रॉपर डॉक्यूमेंटेशन ना होए तो उन्होंने असी कोई दिक्कत नहीं पेश आन दी जाएगी।
एक जो चीज मैं बहुत इंपॉर्टेंट आज साझा करना चाहती हूँ, क्योंकि पिछले कुछ दिनों पहला बहुत ज्यादा व्हाट्सएप पे वीडियो वायरल हो रहे ਸੀਗੇ ਕਿ ਜੀ ਕਈ ਡਾਕਟਰ ਸਿਰਫ ਲੋਕਾਂ ਨੂੰ ਪੋਜ਼ਿਟਿਵ ਕਰਨ ਕਾਰਨ ਟੈਸਟ ਨੂੰ ਕਰਨ ਦੇ ਵਾਸਤੇ ਬਾਰ-ਬਾਰ ਮਜਬੂਰ ਕਰ ਰਹੇ ਨੇ। ਉਹਨਾਂ ਦੀ ਕਿਡਨੀਆਂ ਨਿਕਾਲ ਦਿੱਤੀ ਜਾਂਦੀ ਹੈਗੀ, ਉਹਨਾਂ ਦੇ ਅੰਗ ਜਿਹੜੇ ਹੈ ਉਹ ਕਰ ਦਿੱਤੇ ਜਾਂਦੇ। ਇਸ ਤਰ੍ਹਾਂ ਕੇ ਬੜੇ ਵਾਹਿयात ਤਰੀਕੇ ਦੇ ਮੈਸੇजेस WhatsApp पे वायरल हो रहे ने। मैं ਤੁਹਾਨੂੰ अपील करना चाहती हाँ कि कुछ महीना पहला असी इन्हीं कोरोना वायरस दे इन्हीं डॉक्टरां ਨੂੰ सलाम कर रहे ਸੀਗੇ, इन्हीं डॉक्टरां ਨੂੰ ਅਸੀਂ सम्मान कर रहे ਸੀਗੇ। ਤੇ ਹੁਣ ਕਿੰਨੀ ਇਹ ਮਾੜੀ ਗੱਲ ਹੈਗੀ ਕਿ ਜਦ ਇਹ ਸਥਿਤੀ ਹੋਰ ਵਿਗੜ ਰਹੀ ਹੈਗੀ, ਸਥਿਤੀ ਨੂੰ ਕੰਟਰੋਲ ਕਰਨ ਦੀ ਲੋੜ ਹੈਗੀ, ਆਪ ਦੇ ਸਹਿਯੋਗ ਦੀ ਜ਼ਿਆਦਾ ਲੋੜ ਹੈਗੀ। तो इस तरह के वाक्य सामने आ रहे हैं कि लोग कुछ गलत अंसरां दे इन्फ्लुएंस कारण, गलत अंसरां दी गलत बयानबाजी कारण इस तरह की चीजें सामने आ रही हैं। तो मेरी आप सारिਆਂ ਨੂੰ हथ जोड़ के बेनती है कि इस तो ਜਿਹੜੇ डॉक्टर्स लगे हुए ने पिछले 8-9 ਮਹੀਨਿਆਂ ਤੋਂ ਤੁਹਾਡੀ ਸੇਵਾ ਦੇ ਵਿੱਚ जुटे हुए ने, अपने घरों तो दूर ने, बिना किसी छुट्टी के, बिना किसी आराम के 24 घंटे ਤੁਹਾਡੀ सेवा ਦੇ ਵਿੱਚ लगे हुए ने। ਉਹਨਾਂ ਦਾ ਮਨੋਬਲ ਬਹੁਤ ਜ਼ਿਆਦਾ ਗਿਰ ਜਾਂਦਾ ਹੈਗਾ ਇਨ ਸਾਰੀ ਗੱਲਾਂ ਨੂੰ ਸੁਣ ਕੇ। ਇਸ ਕਰਕੇ ਆਪ ਸਾਰਿਆਂ ਤੋਂ ਬੇਨਤੀ ਹੈ ਕਿ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਕੇ ਕੋਈ ਵੀ ਫੇਕ ਨਿਊਜ਼ ਜਾਂ ਫੇਕ ਰੂਮਰਸ ਆਉਂਦੇ ਨੇ ਜਿਸ ਦੇ ਵਿੱਚ ਇਸ ਤਰ੍ਹਾਂ ਕੀ ਚੀਜ਼ਾਂ ਫੈਲਾਈ ਜਾ ਰਹੀ ਹੈ, ਤੁਸੀਂ ਸਾਨੂੰ ਸੰਪਰਕ ਕਰੋ। ਅਸੀਂ ਚਾਹੁੰਦੇ ਨੇ ਕਿ ਇਸ ਤਰ੍ਹਾਂ ਕੇ ਗਲਤ ਬਿਆਨਬਾਜ਼ੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਕਰੋਨਾ ਕਾਲ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਨਫੋਰਮੇਸ਼ਨ ਵੀ ਲੋਕਾਂ ਨੂੰ ਦਿੱਤੀ ਜਾਵੇ ਉਹ ਸਹੀ ਤਰੀਕੇ ਦੀ ਹੋਵੇ। क्योंकि मिस इनफॉर्मेशन ਜਿਹੜਾ पैनिक क्रिएट करती हैगी, ਇਹ ਲੋਕਾਂ ਦੀ ਸਿਹਤ ਤੋਂ ਖਿਲਵਾੜ ਕਰ ਰਹੀ ਹੈ। ਇਹ ਲੋਕਾਂ ਦੀ ਸਿਹਤ ਨੂੰ ਹੋਰ ਜ਼ਿਆਦਾ ਸੰਜੀਦਾ ਅਸੀਂ ਜਿਵੇਂ ਕਹਿ ਸਕਦੇ ਨੇ ਕਿ डेंजरस सिचुएशन क्रिएट कर रही है। इन फेक न्यूज, फेक रूमर्स के कारण कई लोग अपना इलाज करवाने सामने नहीं आ रहे। कई लोगों ਨੂੰ लक्षण होने तो बावजूद वो अपना टेस्ट कराने नहीं आ रहे, जबकि सारे ही गवर्नमेंट हॉस्पिटल ਦੇ ਵਿੱਚ ਇਹ टेस्ट फ्री ਦੇ ਵਿੱਚ ਕੀਤਾ ਜਾਂਦਾ ਹੈਗਾ, कोई शुल्क नहीं लिया जाता, कोई भी प्राइस, कोई भी इसके अंदर आपसे अमाउंट चार्ज नहीं किया जाता है। इस करके ये बहुत ज्यादा जरूरी और लाजमी है कि आज ਅਸੀਂ ਸਰਕਾਰ ਨੂੰ ਮਿਸ਼ਨ ਫਤਿਹ ਦੇ ਤਹਿਤ, ਤੁਹਾਡੇ ਮਿਸ਼ਨ ਫਤਿਹ ਦੇ ਤਹਿਤ ਇਸ कोरोना महामारी ਤੋਂ ਬਚਾਉਣ ਵਾਸਤੇ, ਇਸ कोरोना महामारी ਦੇ ਉੱਪਰ ਫਤਿਹ ਪਾਉਣ ਵਾਸਤੇ ਅਸੀਂ ਲੋਕਾਂ ਨੂੰ ਸਜਗ ਕਰੀਏ, ਲੋਕਾਂ ਨੂੰ ਜਾਗਰੂਕ ਕਰੀਏ कि इस तरह की गलत बयानबाजी तो बचन। इस तरह की गलत बयानबाजी जेकर तुहाडे आस-पास किते हो रही हैगी तो साडे प्रशासन दे ध्यान दे विच लाया जाए, ताकि असी उत्थे ही इस तरह के लोगों को रोक सकिए, उन्हां दे खिलाफ सख्त तो सख्त कार्रवाई कर सकिए। कई तरह की फेक ऑडियो वायरल हो रही हैंगी पीछे, कि जहाँ पे दो व्यक्ति आपस में बात करते हुए बताते हैं कि जी यहाँ पे ऐसा हो गया, वहां पे ऐसा हो गया। कोई वेरिफिकेशन नहीं है, कोई व्यक्ति नहीं है, कहीं किसी का कोई नाम नहीं बोला जाता, ताकि सारी चीजें जड़ी हैगी वो सिर्फ एक भलावे दे विच ही रहन, लोगों ਨੂੰ गलत डायरेक्शन दे विच देण वास्ते ਇਹ ਕੀਤਾ ਜਾਂਦਾ ਹੈ। ਇਸ ਕਰਕੇ ਆਪ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਹੈ, ਅਸੀਂ ਦਿਨ ਰਾਤ ਤੁਹਾਡੀ ਸੇਵਾ ਵਾਸਤੇ ਲੱਗੇ ਹੋਏ ਨੇ, ਬਿਨਾਂ ਇਹ ਦੇਖੇ ਕਿ ਸਾਡਾ ਪਰਿਵਾਰ ਕਿੱਥੇ ਹੈ, ਬਿਨਾਂ ਇਹ ਦੇਖੇ ਕਿ ਕਿਹੜਾ ਸੈਟਰਡੇ ਹੈ ਕਿਹੜਾ ਸੰਡੇ ਹੈ। ਪਿਛਲੇ ਇਤਨੇ ਮਹੀਨਿਆਂ ਤੋਂ ਸਾਰੇ ਡਾਕਟਰ, ਸਾਰੇ ਫਰੰਟ ਲਾਈਨ ਵਰਕਰਸ ਤੁਹਾਡੇ ਵਾਸਤੇ ਕੰਮ ਕਰ ਰਹੇ ਨੇ, ਤੇ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈਗੀ ਕਿ ਕਮ ਸੇ ਕਮ ਤੁਸੀਂ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਤੁਹਾਡੇ ਸਾਹਮਣੇ ਆਂਦੀ ਹੈ, ਤੁਸੀਂ ਸਾਡੇ ਧਿਆਨ ਦੇ ਵਿੱਚ ਲਾਓ। ਅਸੀਂ ਜਲਦ ਤੋਂ ਜਲਦ ਉਸ ਦੇ ਉੱਪਰ ਕਾਰਵਾਈ ਕਰਾਂਗੇ ਤੇ ਇੱਕ ਮਿਸਾਲ ਵੀ ਕਾਇਮ ਹੋਏਗੀ ਕਿ ਤੁਹਾਡੇ ਵਰਗੇ ਜਿਹੜੇ ਸਿਆਣੇ ਲੋਕੀ ਨੇ ਉਹ ਇਸ ਚੀਜ਼ ਨੂੰ ਰੋਕ ਸਕਣ, ਇਸ ਫੇਕ ਨਿਊਜ਼ ਦੀ ਚੇਨ ਨੂੰ ਬ੍ਰੇਕ ਕਰ ਸਕਣ। ਤੇ ਮੈਨੂੰ ਇਹ ਆਸ ਹੈ कि रोपड़ जिले के शहर वासी जो बहुत ही सूझवान ने, बहुत ही सियाने ने, इस तरह के फेक न्यूज़ तो बचणगे, फेक रूमर्स तो बचणगे। ते जेकर उन्हां दे सामने इत्थे कोई भी इस तरह की बात आंदी है वो प्रशासन दे नाल शेयर करनगे, ताकि असीं तुहानूं साफ सुथरी जानकारी दे सकीए, सटीक जानकारी दे सकीए, ते इस तरह के किसी भी फेक न्यूज़ से बचाव ही मैं कह सकती हाँ कि किसी दी जान बचा सकती है, क्योंकि इस डर के कारण कई लोग अपने इलाज कराने नहीं आ रहे। कई बार सानू उस वेले पता चलता है जब बंदा, जो व्यक्ति है वो बहुत ही क्रिटिकल स्टेज विच पहुंच जाता है, तो उस विच
ਸਾਡੇ ਡਾਕਟਰਾਂ ਦੇ ਹੱਥ ਦੇ ਵਿੱਚ ਵੀ ਨਹੀਂ ਰਹਿੰਦਾ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਚਾ ਸਕੇ। ਇਸ ਕਰਕੇ ਆਪਣੀ ਜਾਨ ਵਾਸਤੇ, ਆਪਣੇ ਪਰਿਵਾਰ ਵਾਲਿਆਂ ਦੀ ਜਾਨ ਵਾਸਤੇ, ਆਪਣੇ ਆਸ ਪੜੋਸ ਦੇ ਲੋਕਾਂ ਦੇ ਜਾਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਚੇਨ ਦਾ ਹਿੱਸਾ ਨਾ ਬਣੋ, ਤੁਸੀਂ ਇਸ ਵਾਇਰਲ ਫੇਕ ਨਿਊਜ਼ ਦਾ ਹਿੱਸਾ ਨਾ ਬਣੋ। ਤੇ ਅਸੀਂ ਚਾਹੁੰਦੇ ਨੇ ਕਿ ਰੋਪੜ ਜ਼ਿਲ੍ਹੇ ਦੇ ਵਾਸਤੇ ਜਿਹੜੇ ਵੀ ਉਪਰਾਲੇ ਹੁਣ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਹਨ, ਪ੍ਰਾਈਵੇਟ ਡਾਕਟਰਸ ਵੱਲੋਂ ਕੀਤੇ ਜਾ ਰਹੇ ਹਨ, ਉਹ ਸਾਹਮਣੇ ਆਣ ਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਨੋਬਲ बढ़ेगा ਜੇਕਰ ਤੁਸੀਂ ਇਸ ਤਰ੍ਹਾਂ ਕੇ ਹੋਰ ਜਿਹੜੇ ਰੂਮਰਸ ਚੱਲ ਰਹੇ ਨੇ ਇਹਨਾਂ ਨੂੰ ਸਿਰੇ ਸੇ ਨਿਕਾਲੀਏ, ਇਹਨਾਂ ਨੂੰ ਸਿਰੇ ਤੋਂ ਹਟਾ ਕੇ ਬਿਲਕੁਲ ਇਨ ਸਾਰੇ ਜਿਹੜੇ ਇਹ ਗਲਤ ਅਨਸਰ ਨੇ ਇਹਨਾਂ ਨੂੰ ਨੀਚੇ ਕਰੀਏ ਤਾਂ ਕਿ ਜਿਹੜਾ ਹੌਸਲਾ ਹੈ ਮਿਸ਼ਨ ਫਤਿਹ ਦਾ ਉਹ ਉੱਪਰ ਰਹੇ। ਤੇ ਆਪ ਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਤੁਸੀਂ 104 पे ਮੈਡੀਕਲ ਹੈਲਪਲਾਈਨ ਤੇ ਲੈ ਸਕਦੇ ਹੋ। ਪੁਲਿਸ ਦੇ ਵਾਸਤੇ ਜੇਕਰ ਤੁਹਾਨੂੰ ਕੋਈ ਜਾਣਕਾਰੀ ਦੇਣੀ ਹੈ ਤੁਸੀਂ 112 ਤੇ ਦੇ ਸਕਦੇ ਹੋ। ਜੇਕਰ ਤੁਹਾਨੂੰ ਮੇਰੇ ਨਾਲ ਕੋਈ ਜਾਣਕਾਰੀ ਸ਼ੇਅਰ ਕਰਨੀ ਹੈ ਤੁਸੀਂ 12 11 57